जिंदगी में हमेशा हुनरमंद लोगों की जय जयकार होती है। जी हाँ, अपने वक्त से वक्त निकालकर लोगों के काम आना ये हर किसी के बस की बात नहीं होती। लेकिन ये हैं सरदार जसपाल सिंह ढंडाल साहब, जो कपड़ों की सिलाई का काम करते हैं। मेहनत ईमानदारी के साथ अपने ही घर में बैठकर इस कार्य को अंजाम देते हैं। दूर दूर से लोग इनसे कपड़े सिलाने के लिए तो आते ही हैं, मगर इनकी विशेषता एक और भी है। ये मास्क मैन के नाम से जाने जाते हैं, पहचाने जाते हैं। जाने इसलिए जाते हैं क्योंकि कोरोना काल के दौरान लगभग 10,000 से ज़्यादा मास्क लोगों में फ्री बांट चुके हैं। कमाल का हुनर है इनके हाथों में। इनके द्वारा बनाए हुए मास्क को पहनने के लोग आतुर रहते हैं। लोग इनके दरवाजे तक आ जाते हैं कि मास्क मैन के हाथों से ही लेना है। किस तरह से निकालते हैं समय, कैसे मन में उठी समाज सेवा के प्रति लगन। आइए बात करते हैं ढंडाल साहब से। सबसे पहला प्रश्न कि कहाँ से लगी ये लगन। ਇਹ ਆਈਡੀਆ ਕਿੱਥੋਂ ਆਇਆ ਕਿ ਆਪਾਂ ਮਾਸਕ ਬਣਾਏ ਜਾਂ? ਦੇਖੋ ਜੀ, ਇਹ ਜਦੋਂ ਪਿਛਲੇ ਸਾਲ 22 ਮਾਰਚ ਨੂੰ ਪ੍ਰਧਾਨ ਮੰਤਰੀ ਜੀ ਨੇ ਇੱਕ ਜਨਤਾ ਕਰਫਿਊ ਘੋਸ਼ਣਾ ਕੀਤੀ ਸੀ। ਉਸ ਤੋਂ ਪਹਿਲਾਂ ਹੀ ਕੁਝ ਅਖਬਾਰਾਂ 'ਚ ਆਉਣਾ ਸ਼ੁਰੂ ਹੋ ਗਿਆ ਸੀ ਕਿ ਇਸ ਬਿਮਾਰੀ ਤੋਂ ਬਚਣ ਵਾਸਤੇ ਆਪਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੈ ਅਤੇ 2 ਗਜ ਦੀ ਦੂਰੀ ਜ਼ਰੂਰੀ ਹੈ। ਉਹ ਮਾਸਕ ਜਦੋਂ ਅਸੀਂ ਮੈਂ ਅਖਬਾਰਾਂ 'ਚ ਪੜ੍ਹਿਆ ਸੁਣਿਆ ਅਤੇ ਮੈਂ ਆਪ ਬਣਾਉਣੇ ਸ਼ੁਰੂ ਕੀਤੇ ਵੀ ਚਲੋ ਆਪਦੇ ਵਾਸਤੇ ਬਣਾਈਏ। ਪਹਿਲਾਂ ਆਪਦੇ ਵਾਸਤੇ ਬਣਾਉਂਦੇ ਹੋਏ ਫਿਰ ਕੁਝ ਦੋਸਤਾਂ ਨੂੰ ਦਿੱਤੇ। ਜਿਵੇਂ ਜਿਵੇਂ ਬਣਾਉਂਦੇ ਗਏ ਫਿਰ ਮੈਂ ਪੋਸਟ ਬਣਾ ਕੇ ਫੇਸਬੁੱਕ 'ਤੇ ਪਾਈ ਕਿ ਵੀ ਅਗਰ ਕੋਈ ਮਾਸਕ ਲੈਣਾ ਚਾਹੁੰਦਾ ਤਾਂ ਬੇਝਿਜਕ ਮੇਰੇ ਕੋਲ ਆ ਸਕਦਾ। ਫ੍ਰੀ ਸੇਵਾ ਹੈ, ਇਸ ਦੀ ਕੋਈ ਕੋਸਟ ਨਹੀਂ ਹੈ। ਉਹ ਹੈ ਜੀ ਕਿ ਮੈਂ ਸੋਚਿਆ ਕਿ ਜੇ ਆਪਦੇ ਵਾਸਤੇ ਤਾਂ ਹਰ ਕੋਈ ਕਰਦਾ, ਲੋਕਾਂ ਵਾਸਤੇ ਵੀ ਅਗਰ ਆਪਾਂ ਕਰਦੇ ਹਾਂ ਤਾਂ ਮਤਲਬ ਆਪਾਂ ਨੂੰ ਕੋਈ ਇਸ ਦੇ ਵਿੱਚ ਸ਼ਾਬਾਸ਼ੀ ਹੀ ਮਿਲੇਗੀ, ਨਾ ਕਿ ਆਪਾਂ ਨੂੰ ਇਸ 'ਚ ਕੋਈ ਗਲਤ ਨਹੀਂ ਹੈ ਕੋਈ ਵੀ। ਤਾਂ ਮੈਂ ਇਸ ਨੂੰ ਥੋੜ੍ਹਾ ਵਧਾਉਂਦਾ ਇਹਨੂੰ ਕਾਫੀ ਉੱਚੇ ਲੈਵਲ 'ਤੇ ਲੈ ਜਾਂਦਾ ਗਿਆ। ਫਿਰ ਮੈਨੂੰ ਲੋਕਾਂ ਦੀ ਹੱਲਾਸ਼ੇਰੀ ਮਿਲਣੀ ਸ਼ੁਰੂ ਹੋ ਗਈ, ਜੋ ਕਿ ਮੈਨੂੰ ਕਹਿੰਦੇ ਵੀ ਇਹ ਤੂੰ ਹੁਣ ਸ਼ੁਰੂ ਕੀਤਾ ਤਾਂ ਇਹਨੂੰ ਖ਼ਤਮ ਨਾ ਕਰੀ। ਅਗਰ ਤੈਨੂੰ ਕਿਸੇ ਚੱਕਰ ਦੀ ਜ਼ਰੂਰਤ ਕੋਈ ਚੀਜ਼ ਦੀ ਸਮਾਨ ਦੀ ਪੈਂਦੀ ਹੈ ਤਾਂ ਸਾਨੂੰ ਕਾਲ ਕਰੀ। ਔਰ ਅੱਜ ਵੀ ਮੈਨੂੰ ਬਹੁਤ ਲੋਕ ਇਹੋ ਜਿਹੇ ਆ ਜਿਹੜੇ ਕਹਿੰਦੇ ਵੀ ਯਾਰ ਤੂੰ ਸਾਨੂੰ ਵੀ ਸੇਵਾ ਦਾ ਮੌਕਾ ਦੇ। ਮੈਂ ਅਗਲੇ ਨੂੰ ਕਹਿੰਦਾ ਵੀ ਮੇਰੇ ਕੋਲ ਸਮਾਨ ਪਿਆ ਹੈ, ਅਗਰ ਜ਼ਰੂਰਤ ਹੋਊ ਤਾਂ ਮੈਂ ਤੁਹਾਨੂੰ ਮਤਲਬ ਵੀ ਇਸ ਬਾਰੇ ਕਾਲ ਕਰਾਂਗਾ ਵੀ ਕਿ ਹਾਂ ਵੀ ਮੈਨੂੰ ਕੋਈ ਚੀਜ਼ ਦੀ ਜ਼ਰੂਰਤ ਨਹੀਂ ਤਾਂ ਚਲੋ ਵੀ ਪਰਮਾਤਮਾ ਦੀ ਦਇਆ ਨਾਲ ਸਭ ਕੁਛ ਵਧੀਆ ਚੱਲ ਰਿਹਾ ਹੈਗਾ। ਕੀ ਬਾਤ ਹੈ। ਅਤੇ ਬਾਕੀ ਇਹ ਜਿਹੜੀ ਸੇਵਾ ਕਰਨ ਦੀ ਜਿਹੜੀ ਸਾਨੂੰ ਚਟਕ ਜਿਹੜੀ ਹੈਗੀ ਆ ਉਹ ਸਾਡੀ ਮਾਤਾ ਤੋਂ ਲੱਗੀ ਹੈ। ਵਾਹ। ਸਾਡੇ ਮਾਤਾ ਜੀ ਮੇਰੇ ਕੋਲ ਇੱਥੇ ਆਉਂਦੇ ਹੁੰਦੇ ਸੀ, ਮੈਨੂੰ ਕਹਿੰਦੇ ਤੇਰੇ ਕੋਲ ਬੱਚੇ ਦੇ ਕੱਪੜੇ ਹੋਣਗੇ, ਉਹ ਮੈਨੂੰ ਦੇ ਦੇ। ਉਹ ਛੋਟੇ ਛੋਟੇ ਬੱਚਿਆਂ ਦੇ, ਜਿਵੇਂ ਕੋਈ 4 ਮਹੀਨੇ ਦਾ, 6 ਮਹੀਨੇ ਦਾ, ਕੋਈ ਸਾਲ ਦਾ ਬੱਚਾ, ਕੋਈ 1.5 ਸਾਲ ਦਾ, 2 ਸਾਲ ਦਾ ਬੱਚਾ, ਉਸ ਤਰ੍ਹਾਂ ਦੇ ਉਹ ਕੱਪੜੇ ਬਣਾ ਕੇ ਲੈ ਜਾਂਦੇ ਸੀ ਇੱਥੋਂ। ਉੱਥੇ ਜਿੱਥੇ ਉਹ ਨਾਨਕਸਰ ਕਲੇਰਾਂ ਜਗਰਾਓਂ ਕੋਲ ਰਹਿੰਦੇ ਆ, ਉੱਥੇ ਨਾ ਝੁੱਗੀ ਝੋਪੜੀ ਵਾਲੇ ਬੱਚੇ ਕਾਫੀ ਰਹਿੰਦੇ ਆ। ਉਹ ਉਹਨਾਂ ਨੂੰ ਜਾ ਕੇ ਦੇ ਦਿੰਦੇ ਸੀ। ਜਾਂ ਉੱਥੇ ਇੱਕ ਮੈਨੀ ਹਸਪਤਾਲ ਹੈ ਬੱਚਿਆਂ ਦਾ, ਜਿਹੜੇ ਉੱਥੇ ਡਿਲੀਵਰੀ ਵਗੈਰਾ ਹੁੰਦੀ ਹੈ, ਮਾਤਾ ਉੱਥੇ ਬੱਚਿਆਂ ਦੇ ਛੋਟੇ ਛੋਟੇ ਝੱਗੇ ਬਣਾ ਕੇ ਉਹ ਲੈ ਜਾਂਦੇ ਸੀ। ਔਰ ਉਹ ਉਹਨਾਂ ਨੂੰ ਉੱਥੇ ਜਿਹੜੇ ਨਵੇਂ ਬੱਚੇ ਪੈਦਾ ਹੋਣੇ ਉਹਨਾਂ ਨੂੰ ਮਤਲਬ ਪਹਿਰਾਉਣੇ, ਉਹ ਬਿਲਕੁਲ ਲਾਈਟ ਹਲਕੇ ਕੱਪੜੇ। ਔਰ ਉਸ ਤੋਂ ਬਾਅਦ ਜਦੋਂ ਮਾਤਾ ਨੇ ਉੱਥੇ ਨਾ ਜਾਣਾ ਤਾਂ ਉਹ ਡਾਕਟਰ ਨਹੀਂ ਨੇ ਉਲਟਾ ਪੁੱਛਣਾ ਵੀ ਮਾਤਾ ਨਹੀਂ ਆਈ, ਕਾਫੀ ਦਿਨ ਹੋ ਗਏ, ਵੀ ਕੀ ਗੱਲ ਹੈਗੀ। ਫਿਰ ਪਤਾ ਕਰਨਾ ਉਹਨਾਂ ਨੇ। ਉਹਨਾਂ ਨੂੰ ਦੇਖਾ ਦੇਖੀ ਹੀ ਸਾਨੂੰ ਇਹ ਜਿਹੜੀ ਝਟਕ ਲੱਗੀ ਹੈ। ਕੁਛ ਮੇਰੀ ਸ਼ੁਰੂ ਤੋਂ ਆਦਤ, ਮੈਂ 5 ਪਿਆਰਿਆਂ 'ਚ ਸ਼ਾਮਲ ਹੁੰਦਾ ਰਿਹਾ ਨਗਰ ਕੀਰਤਨ 'ਚ। ਔਰ ਜਿੱਥੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਬਾਬਾ ਨਾਮਦੇਵ ਜੀ, ਉੱਥੇ ਅਸੀਂ ਲੰਗਰ ਦੀ ਸੇਵਾ ਵੀ ਕਰਦੇ ਰਹੇ ਹਾਂ, ਬਣਾਉਣਾ ਵੀ ਵਰਤਾਉਣਾ ਵੀ। ਉਹ ਬਸ ਜਿਵੇਂ ਉਹ ਆਪਦੇ ਗੁਣ ਜਿਹੜੇ ਸੀਗੇ ਉਸ ਹਿਸਾਬ ਦੇ ਮਤਲਬ ਵੀ ਇਹ ਚੱਲ ਰਹੇ ਸੀਗੇ, ਉਹੀ ਮੈਨੂੰ ਅੱਜ ਇੱਥੇ ਕੰਮ ਆ ਗਏ ਕਿ ਮੈਂ ਲੋਕਾਂ ਦੀ ਸੇਵਾ ਇਸ ਮਾਮਲੇ 'ਚ ਵੀ ਕਰਾਂ। ਅੱਜ ਮੈਨੂੰ ਲਗਭਗ 1.25 ਸਾਲ ਦੇ ਕਰੀਬ ਮੈਨੂੰ ਹੋ ਚੁੱਕਿਆ ਜੀ। मशीन पर चलते हुए हाथ और हाथों से बनते हुए मास्क मानवता के कल्याण हेतु ये बढ़ते कदम है। जसपाल ढंडाल साहब दिन भर मास्क बनाने में लगे रहते हैं। जी हाँ, वो चाहते हैं कि ऐसा कोई भी चेहरा ना हो जिसके चेहरे पर मास्क ना मिले, क्योंकि मास्क बहुत ज़रूरी है। ढंडाल साहब के मास्क इतने खूबसूरत हैं कि लोग डिमांड करने लगे कि मास्क पहनना है तो जसपाल ढंडाल साहब का बना हुआ मास्क पहनना है।
आइए और बातचीत करते हैं और सुनते हैं उन्हीं की जुबानी मास्क मैन की कहानी। जिंदगी जिंदाबाद। ਮਾਸਕ ਮੈਨ ਨਾਮ ਕਿਵੇਂ ਪਿਆ ਫਿਰ? ਉਹ ਤਾਂ ਜੀ ਦੇਖੋ, ਜਦੋਂ ਘਰੇ ਲੋਕੀ ਮਾਸਕ ਲੈਣ ਆਉਣ ਲੱਗੇ ਹੌਲੀ ਹੌਲੀ, ਜੇ ਕਿਸੇ ਨੇ ਗੱਲ ਕਰਨੀ ਯਾਰ ਮਾਸਕ ਲੈਣੇ ਆ, ਕਿਹਦੇ ਕੋਲ, ਉਹ ਮਾਸਕ ਬਣਾਉਂਦਾ ਜਿਹੜਾ ਮਾਸਕ ਕਰਦੇ, ਉਹ ਮਾਸਕ ਮੈਨ ਬਣਾਤਾ ਵੀ ਚਲੋ ਵੀ ਆਪਾਂ ਇਹਨੂੰ ਨਾਮ ਦਿੰਦੇ ਹਾਂ ਇੱਕ ਵੀ ਮਾਸਕ ਮੈਨ। ਹੁਣ ਮੈਂ ਜੇ ਕਿਤੇ ਜਾਵਾਂ, ਮੈਂ ਜਾਂ ਫੋਨ 'ਤੇ ਕਿਸੇ ਨੂੰ ਗੱਲ ਕਰਾਂ ਵੀ ਮੈਂ ਜਸਪਾਲ ਸਿੰਘ ਬੋਲਦਾ, ਕਈ ਵਾਰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਵੀ ਮੈਂ ਕਹਿ ਦਿੰਦਾ ਜੀ ਮੈਂ ਮਾਸਕ ਮੈਨ ਬੋਲਦਾ, ਉਹ ਜਸ ਕਹਿਣਗੇ ਅੱਛਾ ਤੁਸੀਂ ਬੋਲਦੇ ਹੋ ਜੀ। ਕੀ ਬਾਤ ਹੈ। ਮਤਲਬ ਇੱਕ ਮੇਰੇ ਨਾਮ ਤੋਂ ਜ਼ਿਆਦਾ ਇਹ ਮਾਸਕ ਮੈਨ ਦੀ ਪਛਾਣ ਜ਼ਿਆਦਾ हो चुकी है कि भी मैं मास्क मैन है। क्या बात है। मैं मास्क मैन है, अकेला ही चला था जानवे मंजिल की तरफ, लोग मिलते गए और कारवा बनता गया। बहुत सारे लोग जिन्हों ने साथ दिता है, कईयां ने कपड़ा लिया के दिता, कईयां ने लास्टिक लिया के दिता, और समाज की भी पूरा सहयोग ਟੰਡਾਲ ਸਾਹਿਬ ਨੂੰ ਮਿਲਦਾ ਰਿਹਾ। ਘਰ ਵਾਲਿਆਂ ਦਾ ਕਿੰਨਾ ਸਹਿਯੋਗ ਮਿਲਿਆ? ਮੇਰੇ ਪਰਿਵਾਰ ਦਾ ਜੀ ਮੈਨੂੰ ਬਹੁਤ ਸਾਥ ਰਿਹਾ ਹੈਗਾ। ਮਿਸਿਜ ਔਰ ਮੇਰੀ ਪੋਤੀ ਹੈ ਜੋ, ਉਹ ਵੀ ਮੈਨੂੰ ਕਹਿੰਦੀ ਦਾਦਾ ਜੀ ਤੁਸੀਂ, ਮੈਂ ਹੋਰ ਨਹੀਂ ਕੁਛ ਕਰ ਸਕਦੀ, ਮੈਨੂੰ ਨਾ ਤੁਸੀਂ ਬਣਾ ਕੇ ਫੜਾਈ ਚਲੋ, ਜਿਹੜੇ ਉਲਟਾਉਣੇ ਉਹਨਾਂ ਨੂੰ ਉਲਟਾਉਣਾ ਪੈਂਦਾ ਨਾ, ਡਬਲ ਬਣਾਉਣੇ, ਉਹ ਕਹਿੰਦੇ ਮੈਂ ਇਹਨਾਂ ਨੂੰ ਸਿੱਧੇ ਕਰੀ ਜਾਂਦੀ ਹਾਂ। ਜਿਵੇਂ ਆਹ ਚੀਜ਼, ਇਸ ਨੂੰ ਮੈਂ ਮਤਲਬ ਆਹ ਇਹ 4 ਪਾਰਟ ਬਣਦੇ, 4 ਤੋਂ ਬਾਅਦ 2 ਜੋੜੇ ਜਾਂਦੇ, 2 ਇੱਧਰ ਜੋੜੇ ਜਾਂਦੇ, ਫਿਰ ਇਹਨਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ। ਇਹਦੇ ਇੱਕ ਸਾਈਡ ਦੇ ਇੱਥੇ ਥੋੜ੍ਹਾ ਸੰਨ ਛੱਡਿਆ ਜਾਂਦਾ, ਜਿਹਦੇ ਵਿੱਚ ਦੀ ਇਹਨੂੰ ਉਲਟਾਇਆ ਜਾਂਦਾ। ਉਹ ਫਿਰ ਪੋਤੀ ਮੈਨੂੰ ਕਹਿੰਦੀ ਦਾਦਾ ਜੀ ਤੁਹਾਨੂੰ ਇਹ ਟਾਈਮ ਲੱਗੂ, ਮੈਂ ਕਰਦੀ ਹਾਂ ਇਹ, ਉਹ ਵੀ ਕਰਦੀ। ਮਿਸਿਜ ਨੇ ਬਣਾਇਆ ਵੀ ਇਹ ਨਾਲ, ਮਿਸਿਜ ਨੇ। ਪੋਤੀ ਕਿੰਨੇ ਚਿਰ ਦੀ ਹੈ? ਪੋਤੀ 8 ਸਾਲ ਦੀ ਹੈ ਜੀ। 11 ਫਰਵਰੀ 8 ਸਾਲ ਦੀ ਹੋ ਗਈ ਸੀਗੀ ਜੀ। ਕੀ ਬਾਤ ਹੈ। 8 ਸਾਲ ਦੀ ਪੋਤੀ ਵੀ ਮਾਸਕ ਬਣਾਉਣ ਦੇ ਵਿੱਚ, ਜਿੱਥੇ ਬੱਚਿਆਂ ਨੂੰ ਘਰੋਂ ਮਾਨਵਤਾ ਦੀ ਸੇਵਾ ਦਾ ਇਹ ਸਵਾਦ ਮਿਲੇ, ਇਹ ਗੁੜਤੀ ਮਿਲੇ, ਨਿਸ਼ਚਿਤ ਤੌਰ 'ਤੇ ਉਹ ਬੱਚੇ ਵੱਡੇ ਹੋ ਕੇ ਸਮਾਜ ਸੇਵਾ ਦੇ ਵਾਲੀ ਵੱਧਦੇ ਨੇ। ਜਿਵੇਂ ਟੰਡਾਲ ਸਾਹਿਬ ਨੂੰ ਬਚਪਨ ਦੇ ਵਿੱਚ ਹੀ ਗੁਰੂ ਘਰ ਜਾਣ ਦਾ ਮੌਕਾ ਮਿਲਿਆ, ਸੇਵਾ ਕਰਨ ਦਾ ਮੌਕਾ ਮਿਲਿਆ, ਸੇਵਾ ਤੋਂ ਸਹਿਯੋਗ ਮਿਲਿਆ, ਔਰ ਸਹਿਯੋਗ ਤੋਂ ਇੱਕ ਕਾਫਲਾ ਬਣਿਆ, ਕਾਫਲੇ ਤੋਂ ਇੱਕ ਇਤਿਹਾਸ ਬਣਦਾ ਜਾ ਰਿਹਾ, ਔਰ ਲਗਭਗ 10,000 ਤੋਂ ਉੱਤੇ ਮਾਸਕ ਵੰਡਣ ਵਾਲੇ ਟੰਡਾਲ ਸਾਹਿਬ ਅੱਜ ਸਾਡੇ ਨਾਲ ਬੈਠੇ ਨੇ। ਟੰਡਾਲ ਸਾਹਿਬ, ਡੱਬ ਵਾਲੀ ਤੋਂ ਇਲਾਵਾ ਕਿਹੜੇ ਸ਼ਹਿਰਾਂ ਵਿੱਚ ਤੁਸੀਂ ਪਹੁੰਚਾ ਚੁੱਕੇ ਹੋ? ਦੇਖੋ ਜੀ, ਚੰਡੀਗੜ੍ਹ ਜੀ, ਜੋ ਕਿ ਇੱਥੇ ਆਪਣੇ ਡੱਬ ਵਾਲੀ ਦੇ ਬੱਚੇ ਪੜ੍ਹਦੇ ਆ, ਉੱਥੇ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਪਹੁੰਚਾਏ ਆ ਜੀ। ਇੱਕ ਗੋਲਵਿਆਰ 'ਚ ਡਾਕਟਰ ਗੰਭੀਰ ਨੇ, ਡੈਂਟਿਸਟ ਜੀ, ਉਹਨਾਂ ਦਾ ਬੇਟਾ ਫਰੀਦਾਬਾਦ ਹੈ, ਉਹ ਇੱਥੋਂ ਕਿਤੇ ਆਪਦੇ ਵਾਸਤੇ 2-3 ਲੈ ਗਿਆ ਸੀ। ਉਹਨੂੰ ਵੇਖ ਕੇ ਉਹਨਾਂ ਦੇ ਆਫਿਸ ਵਾਲਿਆਂ ਨੇ ਮੈਥੋਂ 10-12 ਕਿ 15 ਦੇ ਲਗਭਗ ਮਤਲਬ ਪਿਛਲੇ ਸਾਲ ਮੰਗਵਾਏ ਸੀ। ਸੂਰਤਗੜ੍ਹ ਵੀ ਚਲੇ ਗਏ, ਸਰਸਾ ਦਾ ਕਈ ਘਰਾਂ 'ਚ ਚਲੇ ਗਏ ਆ, ਲੁਧਿਆਣਾ ਗਏ ਆ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ ਦਾ ਜਿਹੜਾ ਮਤਲਬ ਵੀ ਆਪਣੇ ਰੈੱਡ ਕ੍ਰਾਸ ਭਵਨ ਹੈ, ਉਹਦੇ ਵਿੱਚ ਮੇਰਾ ਇੱਕ ਚੇਲਾ ਸੀਗਾ, ਉਹ ਉੱਥੇ ਲੱਗਿਆ ਵਾ, ਉਹ ਕਈ ਲਗਭਗ 150-200 ਦੇ ਕਰੀਬ ਲੈ ਗਿਆ ਉਹ ਇੱਥੋਂ। ਕੀ ਬਾਤ ਹੈ। ਔਰ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਟੰਡਾਲ ਸਾਹਿਬ, ਬਹੁਤ ਔਖਾ ਹੁੰਦਾ ਸਮੇਂ 'ਚੋਂ ਸਮਾਂ ਕੱਢ ਕੇ ਸਮਾਜ ਸੇਵਾ ਕਰਨੀ ਜੀ। ਆਪਣੇ ਕੰਮ 'ਤੇ ਕੋਈ ਅਸਰ ਤਾਂ ਨਹੀਂ ਪਿਆ? ਨਹੀਂ ਜੀ, ਮੈਂ ਆਪਦਾ ਕੰਮ ਆਪਦੇ ਟਾਈਮ ਦੇ ਹਿਸਾਬ ਨਾਲ ਕੰਮ ਆਪਦਾ ਨਿਬੇੜ ਕੇ, ਉਸ ਤੋਂ ਬਾਅਦ ਕਈ ਵਾਰ ਤਾਂ ਚਲੋ ਕੰਮ ਹੁਣ ਪਿਛਲੇ ਇਹ ਹਾਲਾਤ ਦੇ ਹਿਸਾਬ ਨਾਲ ਘੱਟ ਵੀ ਰਿਹਾ ਕੰਮ, ਉਹ ਪਹਿਲਾਂ ਦੇ ਹਾਲਾਤ ਦੇ ਮੁਕਾਬਲੇ। ਫਿਰ ਮੈਂ ਕਈ ਵਾਰੀ ਜਿਸ ਦਿਨ ਮੇਰੇ ਕੋਲ ਕੰਮ ਕੋਈ ਜ਼ਿਆਦਾ ਦੇਣ ਵਾਲਾ ਨਾ ਹੁੰਦਾ ਤਾਂ ਮੈਂ ਸਾਰਾ ਦਿਨ 8-8, 10-10, 11-11 ਘੰਟੇ ਮਤਲਬ ਮਾਸਕ ਹੀ ਬਣਾਉਂਦਾ ਸੀਗਾ। ਕੀ ਬਾਤ ਹੈ। ਅਤੇ ਫਿਰ ਆਪਣੇ ਆਦੇਸ਼ ਹਸਪਤਾਲ ਮੇਰੀ ਬੇਟੀ ਲੱਗੀ ਵੀ ਹੈ, ਉਹਨਾਂ ਨੂੰ ਮੈਂ 5-4 ਭੇਜੇ ਸੀਗੇ ਵੀ, ਉਹ 5 ਜਣੇ ਇੱਕ ਉੱਥੇ ਹੁੰਦੇ ਹੈਗੇ ਆ ਜਿਹੜਾ ਉਹਨਾਂ ਦਾ ਵਾਰਡ ਹੈਗਾ, ਵਾਰਡ ਦੇ ਵਿੱਚ। ਹਾਂਜੀ, ਉਹਨਾਂ ਨੂੰ ਵੇਖ ਕੇ ਉਹਨਾਂ ਦੇ ਨਾਲ ਦੇ ਦੂਸਰੇ ਸਟਾਫ ਨੇ ਮੰਗਾਏ, ਉਹਨਾਂ ਨੂੰ ਵੇਖ ਕੇ ਹੋਰਾਂ ਨੇ ਮੰਗਾਏ। ਉੱਥੇ ਵੀ ਲਗਭਗ 150-200 ਦੇ ਪੀਸ ਕਰੀਬ ਉੱਥੇ ਵੀ ਆਦੇਸ਼ ਹਸਪਤਾਲ ਬਠਿੰਡਾ 'ਚ ਵੀ ਜਾ ਚੁੱਕੇ ਹੈਗੇ। ਤੁਸੀਂ ਲਗਭਗ 10,000 ਮਾਸਕ ਤੋਂ ਜ਼ਿਆਦਾ ਵੰਡ ਚੁੱਕੇ ਹੋ। ਹਾਂਜੀ, ਦਿਲ ਵਿੱਚ ਕੀ ਮਹਿਸੂਸ ਹੁੰਦਾ? ਦਿਲ ਵਿੱਚ ਤਾਂ ਖੁਸ਼ੀ ਮਿਲਦੀ ਹੈ ਜੀ ਕਿ ਵੀ ਹਾਂ ਵੀ ਅਸੀਂ ਕਿਸੇ ਦੀ ਕੋਈ ਸੇਵਾ ਕਰ ਰਹੇ ਹਾਂ, ਜਾਂ ਵੀ ਸਾਡੀ ਚੀਜ਼ ਲੋਕਾਂ ਨੂੰ ਪਸੰਦ ਆ ਰਹੀ ਹੈ। ਪਹਿਲਾਂ ਚੌਰਸ ਬਣਾਉਂਦੇ ਸੀਗੇ, ਜੋ ਕਿ ਮਤਲਬ ਉਹ ਸਿੱਧਾ ਮਤਲਬ ਥੋੜ੍ਹਾ ਜਿਹਾ ਮੂੰਹ ਨੂੰ ਕਵਰ ਕਰਦਾ ਸੀ ਵੀ ਨਾਲ ਆਹ ਜੀ ਜਿਹੜੀ ਇਹਦੀ ਗਲਾਈ, ਆਹ ਚੀਜ਼ ਬਣਾਉਣ ਤੋਂ ਬਾਅਦ ਇਸ ਨੂੰ ਹਰ ਕੋਈ ਪਸੰਦ ਕਰ ਰਿਹਾ ਜੀ। ਜਿਹੜਾ ਕੋਈ ਇੱਕ ਵਾਰ ਇਸ ਨੂੰ ਲੈ ਜਾਂਦਾ, ਉਸ ਨੂੰ ਵੇਖ ਕੇ ਜਾਏ, ਉਹ ਦੁਬਾਰਾ ਆਵੇ, ਉਹਦੇ ਪਰਿਵਾਰ ਦਾ ਮੈਂਬਰ ਆਵੇ, ਜਾਂ ਉਹਨਾਂ ਦੇ ਕੋਈ ਮਿੱਤਰ ਦੋਸਤ ਕੋਈ ਆਉਂਦੇ ਆ ਕਿ ਹਾਂ ਵੀ ਯਾਰ ਸਾਨੂੰ ਇਸ ਨਾਲ ਦੇ ਮੰਗਵਾ ਕੇ ਦੇ, ਵੀ ਇਹ ਚੀਜ਼ ਬਹੁਤ ਸੋਹਣੀ ਬਣੀ ਹੈਗੀ ਹੈ ਜੀ। ਕਿ ਵੀ ਜਦੋਂ ਇਹਨੂੰ ਲਾਉਣ ਤੋਂ ਬਾਅਦ ਕਿ ਬੁੱਲਾਂ ਨਾਲ ਨਹੀਂ ਲੱਗਦਾ, ਜੇ ਆਪਣੀ ਜੀਭ ਵੀ ਮਾੜੀ ਮੋਟੀ ਬਾਹਰ ਆਉਂਦੀ ਤਾਂ ਉਹ ਜੀਭ ਨਾਲ ਵੀ ਇਹ ਟੱਚ ਨਹੀਂ ਹੁੰਦਾ ਗਾ। क्या बात है। बहुत खूबसूरत तकनीक है दोस्तों, और दिल ਨੂੰ ਖੁਸ਼ੀ ਹੁੰਦੀ ਹੈ, ਔਰ ਮਾਂ ਦਾ ਆਸ਼ੀਰਵਾਦ, ਲੋਕਾਂ ਦਾ ਸਹਿਯੋਗ, ਪਿਆਰ, ਮੁਹੱਬਤ। ਟੰਡਾਲ ਸਾਹਿਬ, ਤੁਹਾਨੂੰ ਟੂ ਦਾ ਪੁਆਇੰਟ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਔਰ ਕੀ ਕਹਿਣਾ ਚਾਹੋਗੇ ਸਾਡੇ ਦੋਸਤਾਂ ਨੂੰ, ਲੋਕਾਂ ਨੂੰ, ਮਿੱਤਰਾਂ ਨੂੰ, ਪਿਆਰਿਆਂ ਨੂੰ? ਸਭ ਨੂੰ ਇਹ ਚੀਜ਼ ਸੋਚ ਕੇ ਚੱਲਣੀ ਚਾਹੀਦੀ ਹੈ ਕਿ ਮਤਲਬ ਕਮਾਈ ਹੀ ਸਭ ਕੁਛ ਨਹੀਂ ਹੁੰਦੀ। ਕਮਾਈ ਠੀਕ ਆ, ਆਪਾਂ ਸਾਰੀ ਉਮਰ ਕਰਦੇ ਹਾਂ, ਕੀਤੀ ਹੈ, ਕਰਾਂਗੇ ਜੀ, ਪਰ ਇੱਕ ਮਾਨਵਤਾ ਦੀ ਸੇਵਾ ਜਿਹੜੀ ਹੈ
ਉਹ ਸਭ ਨੂੰ ਕਿਸੇ ਵੀ ਰੂਪ 'ਚ ਉਹ ਕੋਈ ਕਰ ਸਕਦਾ, ਕਰਨੀ ਚਾਹੀਦੀ ਹੈ, ਕਰਦੇ ਰਹਿਣਾ ਚਾਹੀਦਾ ਜੀ। ਔਰ ਮੇਰੇ ਜੇ ਆਪਦੇ ਵੱਲੋਂ ਮੇਰੀ ਵੀ ਇਹ ਕੋਸ਼ਿਸ਼ ਆ ਕਿ ਪ੍ਰਮਾਤਮਾ ਬਲ ਬਖਸ਼ਣ, ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਵੀ ਆਪਦੇ ਵੱਲੋਂ ਇਹ ਚਲਦੀ ਰੱਖਣੀ ਹੈ। ਬਿਲਕੁਲ, ਇਸ ਨੂੰ ਖਤਮ ਨਹੀਂ ਕਰਨਾ ਗਾ, ਇਹ ਸੇਵਾ ਨੂੰ। ਕੀ ਬਾਤ। ਅਗਰ ਕਿਸੇ ਤਰ੍ਹਾਂ ਦੀ ਹੋਰ ਸੇਵਾ ਹੋ ਸਕਦੀ ਹੈ ਤਾਂ ਕੋਸ਼ਿਸ਼ ਕਰੀਦੀ ਹੈ ਕਿ ਉਹ ਵੀ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੇ ਕਿਸੇ ਦੀ ਹੈਲਪ ਹੁੰਦੀ ਹੈ। ਸਾਡੇ ਪੜੋਸ 'ਚ ਨੇਪਾਲੀ ਪਰਿਵਾਰ ਆ, ਇਹਨਾਂ ਦੇ ਪਹਿਲਾਂ ਇੱਕ ਡੈਥ ਹੋਈ ਸੀ ਪਿਛਲੇ ਸਾਲ, ਇੱਕ ਹੁਣ ਹੋਈ ਹੈ। ਉਹਨਾਂ ਦੀ ਜੋ ਆਪਦੇ ਵੱਲੋਂ ਸੰਭਵ ਹੁੰਦਾ ਹੈ ਕੋਸ਼ਿਸ਼ ਉਸ ਤਰ੍ਹਾਂ ਦੀ ਵੀ ਕਰੀਦੀ ਹੈ, ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਜ਼ਰੂਰਤਮੰਦ ਬੰਦਾ ਜੇ ਕੋਈ, ਉਹਦੀ ਆਪਾਂ ਜਿੰਨੀ ਕੁ ਹੈਲਪ ਕਰ ਸਕਦੇ ਹਾਂ ਤਾਂ ਕੋਸ਼ਿਸ਼ ਕਰੀਦੀ ਆ ਉਹਦੀ ਨੂੰ। ਕੀ ਬਾਤ ਹੈ। ਆਪਣੀਆਂ ਉਂਗਲੀਆਂ ਦੇ ਨਾਲ, ਆਪਣੀਆਂ ਅੱਖਾਂ ਦੇ ਨਾਲ, ਆਪਣੇ ਹੁਨਰ ਦੇ ਨਾਲ ਇੱਕ ਮਾਸਕ ਬਣਾ ਦੇਣਾ, ਔਰ ਮਾਸਕ ਕਿਸੇ ਦੇ ਚਿਹਰੇ 'ਤੇ ਲੱਗ ਜਾਣਾ, ਔਰ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਹੋ ਜਾਣਾ ਨਿਸ਼ਚਿਤ ਤੌਰ 'ਤੇ ਇੱਕ ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਸਿਲਸਿਲਾ ਹੈ, ਔਰ ਇਹ ਸਿਲਸਿਲਾ ਹਮੇਸ਼ਾ ਜਾਰੀ ਰਹੇਗਾ, ਰੱਖਣਗੇ। ਔਰ ਅਸੀਂ ਇਹ ਦੁਆ ਕਰਦੇ ਹਾਂ ਕਿ ਤੁਸੀਂ ਸਾਰੇ ਖੁਸ਼ ਰਹੋ, ਸਵਸਥ ਰਹੋ, ਔਰ ਮਾਸਕ ਪਹਿਨ ਕੇ ਰੱਖੋ। ਜੇ ਕਿਸੇ ਕੋਲੇ ਮਾਸਕ ਨਹੀਂ ਹੈ ਜਾਂ ਲੈਣਾ ਚਾਹੁੰਦਾ ਹੈ ਤਾਂ ਟੰਡਾਲ ਸਾਹਿਬ ਨਾਲ ਮਿਲ ਸਕਦਾ ਹੈ। ਤਾਂ ਬਹੁਤ ਬਹੁਤ ਸ਼ੁਕਰੀਆ ਟੰਡਾਲ ਸਾਹਿਬ ਤੁਹਾਡਾ। ਜ਼ਿੰਦਗੀ ਬਹੁਤ ਬਹੁਤ ਸ਼ੁਕਰੀਆ ਜੀ, ਮੇਰੀ ਆਵਾਜ਼ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਿਲਕੁਲ, ਔਰ ਬਹੁਤ ਬਹੁਤ ਸ਼ੁਕਰੀਆ। ਤਾਂ ਆਓ ਮੁਸਕਰਾ ਕੇ ਕਹੀਏ ਜ਼ਿੰਦਗੀ ਜ਼ਿੰਦਗੀ ਜਿੰਦਾਬਾਦ, ਜ਼ਿੰਦਗੀ जिंदाबाद। बहुत बहुत धन्यवाद, शुक्रिया, थैंक यू वेरी मच। आईना सी होती है जिंदगी, तू भी मुस्कुरा तो वो भी मुस्कुरा देगी। हुनर सब में होता है तो चलो फिर करते हैं हुनर की बात। टू द पॉइंट, जिंदगी जिंदाबाद।